ਇਹ ਬਿਆਨਬਾਜ਼ੀ ਹੁੰਦੀ ਆ, ਇਲਜ਼ਾਮ ਨਿਰਾਧਾਰ ਹੈ। ਇਹ 1900 ਜਦੋਂ ਦੇਸ਼ ਆਜ਼ਾਦ ਹੋਇਆ 1947 'ਚ ਉਦੋਂ ਤੋਂ ਗਲੀਆਂ ਨਾਲੀਆਂ ਬਣਦੀਆਂ ਜਾ ਰਹੀਆਂ। ਇਹ ਇਲਜ਼ਾਮ ਲਗਾਉਂਦੇ ਓਪੋਜੀਸ਼ਨ ਦਾ ਕੰਮ ਇਲਜ਼ਾਮ ਲਗਾਉਣਾ ਹੈ। ਅਸੀਂ ਇਹਨਾਂ ਨੂੰ ਮੰਨਦੇ ਨਹੀਂ ਹੈ। ਅਸੀਂ ਡਿਵੈਲਪਮੈਂਟ ਦੇ ਉੱਪਰ ਬਹਿਸ ਕਰਨ ਨੂੰ ਜਦੋਂ ਮਰਜ਼ੀ ਸਾਡੇ ਨਾਲ ਓਪੋਜੀਸ਼ਨ ਵਾਲੇ ਜਿੱਥੇ ਮਰਜ਼ੀ ਜਾਣ ਆਪਾਂ ਗੱਲ ਕਰਨ ਨੂੰ। ਸਭ ਤੋਂ ਪਹਿਲਾਂ ਪ੍ਰਜਾਤੰਤਰ ਹੈ, ਇਸ ਦੇ ਵਿੱਚ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ। ਮੈਂ 2015 ਵਿੱਚ ਵੀ ਇਲੈਕਸ਼ਨ ਲੜਨ ਲਈ ਤਿਆਰ ਸੀਗਾ, ਲੇਕਿਨ ਉਸ ਟਾਈਮ ਕੋਈ ਮਜਬੂਰੀਆਂ ਸੀਗੀਆਂ ਸਪੀਕਰ ਸਾਹਿਬ ਦੀਆਂ। ਉਹਨਾਂ ਨੇ ਜਿਹਨੂੰ ਟਿਕਟ ਦਿੱਤੀ ਅਸੀਂ ਉਸ ਨਾਲ ਤਾਲਮੇਲ ਦੇ ਨਾਲ 3 ਦਸੰਬਰ 2012 ਨੂੰ ਸਾਡੇ 6 ਪਿੰਡ ਜਿਹੜੇ ਸੀਗੇ ਉਹ ਕੌਂਸਲ ਦੇ ਵਿੱਚ ਉਸ ਟਾਈਮ ਦੀ ਮੌਜੂਦਾ ਸਰਕਾਰ ਨੇ ਲਿਆਂਦੇ ਆ। ਉਦੋਂ ਅਸੀਂ ਗੱਲ ਕਰੀਏ ਤਾਂ ਜਦੋਂ ਸੀਵਰੇਜ ਪਿਆ ਉਦੋਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਲੋਕ ਨਰਕ ਭਰੀ ਜ਼ਿੰਦਗੀ ਉਦੋਂ ਬਤੀਤ ਕਰ ਰਹੇ ਸੀਗੇ ਤੇ ਆਵਾਜ਼ ਉਠਾ ਰਹੇ ਸੀਗੇ ਸ਼ਹਿਰ ਨਾਲੋਂ ਸਾਡਾ ਪਿੰਡ ਵਧੀਆ ਸੀਗਾ। ਤੁਸੀਂ ਕੀ ਵਿਰੋਧ ਕਰਨ ਦੇ ਵਿੱਚ ਅਸੀਂ ਲੋਕ ਵਿੱਚ ਹੀ ਸੀਗੇ, ਲੇਕਿਨ ਸਮੇਂ ਦੇ ਮੁਤਾਬਿਕ ਜਿਸ ਟਾਈਮ ਜਿਹੜੀ ਸਰਕਾਰ 17 ਦੇ ਵਿੱਚ ਬਦਲੀ ਹੈ, ਨਵੀਂ ਸਰਕਾਰ ਸਾਡੀ ਕਾਂਗਰਸ ਦੀ ਪੰਜਾਬ 'ਚ ਓਪੋਜੀਸ਼ਨ ਦੇ ਵਿੱਚ ਰਹਿ ਕੇ ਮੈਂ ਉਹ ਕੰਮ ਕੀਤੇ ਕਿ ਜਿਹੜੀ ਪੜ੍ਹੀ ਲਿਖੀ ਲੋਕ ਹੈ ਉਹ ਜਾਣਦੇ ਆ ਕਿ ਐਮਐਲਏ ਬਣਾਇਆ। ਔਰ ਰਾਣਾ ਜੀ ਨੇ ਵੀ ਪਹਿਲ ਦੇ ਆਧਾਰ 'ਤੇ ਇਹ ਪੁਲ ਦੇ ਬਾਰੇ ਉੱਪਰ ਗੱਲ ਕੀਤੀ ਸੀਗੀ ਔਰ ਮਨਮੋਹਨ ਸਿੰਘ ਦੇ ਟਾਈਮ ਇਹ ਪੁਲ ਪਾਸ ਹੋਇਆ ਸੀਗਾ। ਅਤੇ ਜਦੋਂ 2017 ਦੇ ਵਿੱਚ ਸਰਕਾਰ ਆਈ 25% ਜਿਹੜਾ ਹੈ ਸੈਂਟਰ ਸਰਕਾਰ ਦਾ ਹਿੱਸਾ ਬਣਦਾ ਹੈ, 75% ਔਰ ਸਾਡੇ ਜਦੋਂ ਕੈਪਟਨ ਸਾਹਿਬ ਦੀ ਸਰਕਾਰ 17 'ਚ ਆਈ ਅਤੇ ਉਹਨਾਂ ਨੇ ਜਿਹੜਾ 75% ਪੈਸੇ ਜਮ੍ਹਾਂ ਕਰਾ ਕੇ ਇਹ ਪੁਲ ਨੂੰ ਸ਼ੁਰੂ ਕੀਤਾ। ਚੰਦੂ ਮਾਜਰਾ ਜੀ ਨੇ ਇਹ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਜਿਹੜੀ ਹੈ ਆਪਣਾ ਬਣਦਾ ਹਿੱਸਾ ਨਹੀਂ ਦੇ ਰਹੀ, ਇਸ ਕਰਕੇ ਪੁਲ ਨਹੀਂ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੇ ਡਿਵੈਲਪਮੈਂਟ ਨਹੀਂ ਕੀਤੀ। ਬੀਜੇਪੀ ਵਾਲੇ ਐਲੀਗੇਸ਼ਨ ਲਗਾ ਰਹੇ ਨੇ ਕਿ ਮੌਜੂਦਾ ਜੇ ਕੌਂਸਲ ਦੀ ਗੱਲ ਕਰੀਏ ਤਾਂ ਕਰਪਸ਼ਨ ਇਸ ਵੇਲੇ ਜਿੰਨੀ ਇਸ ਵਾਰ ਹੋਈ ਹੈ ਇੰਨੀ ਕਰਪਸ਼ਨ ਕਦੇ ਵੀ ਨਹੀਂ ਹੋਈ ਹੈ। ਅਸੀਂ ਗੱਲ ਕਰੀਏ ਜਦੋਂ ਫਾਰਮੇਸੀ ਕਾਲਜ ਦੇ ਵਿੱਚ ਵੈਕੈਂਸੀਆਂ ਨਿਕਲੀ ਸੀਗੀਆਂ ਉਦੋਂ ਸਿਰਫ ਆਪਣੇ ਚਹੇਤਿਆਂ ਨੂੰ ਹੀ ਉੱਥੇ ਰੱਖ ਲਿਆ ਗਿਆ ਸੀਗਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਉਸ ਤੋਂ ਬਾਅਦ ਇਹ ਜਿਹੜਾ ਪੋਸਟਾਂ ਕ੍ਰੀਏਟ ਕੀਤੀਆਂ ਸੀ ਕਿ ਉਹਨਾਂ ਨੂੰ ਕੈਂਸਲ ਕੀਤਾ ਗਿਆ। ਸਭ ਤੋਂ ਵੱਡਾ ਐਲੀਗੇਸ਼ਨ ਤਾਂ ਇਹ ਲੱਗ ਰਿਹਾ। ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਜਿਹੜਾ ਸਵੀਮਿੰਗ ਪੂਲ ਬਣਿਆ ਸੀਗਾ ਉਹ ਕਿਸ ਸਰਕਾਰ ਦੇ ਟਾਈਮ 'ਚ ਬਣਿਆ? ਉਸ ਟਾਈਮ ਦਾ ਚੇਅਰਮੈਨ ਕੌਣ ਸੀਗਾ? ਸਿੱਧੂ ਸਾਹਿਬ ਨੇ ਗੱਲ ਕੀਤੀ ਅਸੀਂ ਇਨਕੁਆਇਰੀ ਕਰਾਵਾਂਗੇ। ਪਰ ਬੀਜੇਪੀ ਵਾਲੇ ਕਹਿੰਦੇ ਜਦੋਂ ਉਹ ਆਪਣੇ ਵੱਲੋਂ ਰਾਸ਼ਨ ਵਗੈਰਾ ਵੰਡਦੇ ਸੀਗੇ ਤਾਂ ਉਹਨਾਂ ਨੂੰ ਜਿਹੜੇ ਸੱਤਾਧਾਰੀ ਪਾਰਟੀ ਵਾਲੇ ਉਹ ਰੋਕ ਲੈਂਦੇ ਸੀਗੇ, ਉਹਨਾਂ ਨੂੰ ਵੀ ਵੰਡਣ ਨਹੀਂ ਦਿੱਤਾ ਗਿਆ। ਜਦੋਂ ਇਹ ਵੰਡ ਰਹੇ ਸੀਗੇ ਤਾਂ ਸਾਨੂੰ ਕਿਉਂ ਰੋਕੇ ਜਾ ਰਹੇ ਸੀ? ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ। ਤੇ ਜਿਵੇਂ ਕਿ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਲਗਾਤਾਰ ਅਸੀਂ ਜੋ ਨਗਰ ਕੌਂਸਲ ਨੰਗਲ ਦੇ ਵਿੱਚ ਦਾਅਵੇਦਾਰੀ ਪੇਸ਼ ਕਰ ਰਹੇ ਨੇ ਜਾਂ ਮੌਜੂਦਾ ਕੌਂਸਲਰ ਸੀਗੇ ਉਹਨਾਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ। ਤੇ ਅਸੀਂ ਪਹੁੰਚੇ ਹਾਂ ਵਾਰਡ ਨੰਬਰ 9 ਦੇ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਜੋ ਮਹਾਸਚਿਵ ਨੇ ਉਮਾਕਾਂਤ ਸ਼ਰਮਾ ਜੀ। ਸਭ ਤੋਂ ਪਹਿਲਾਂ ਉਮਾਕਾਂਤ ਜੀ ਤੁਹਾਡਾ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਟੀਵੀ ਦਾ, ਤੇ ਮੈਂ ਵਾਰਡ ਨੰਬਰ 9 ਚਾਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਉਮਾਕਾਂਤ ਜੀ ਸਭ ਤੋਂ ਪਹਿਲਾਂ ਅਸੀਂ ਜੇ ਸ਼ੁਰੂਆਤ ਕਰੀਏ ਕਿਉਂਕਿ ਜੇ ਕਰੋਨਾ ਨਾ ਹੁੰਦਾ ਤਾਂ ਸ਼ਾਇਦ ਜੋ ਕੌਂਸਲ ਦੇ ਇਲੈਕਸ਼ਨ ਆ ਹੋ ਜਾਂਦੇ ਹੈ ਤੇ ਸਾਡਾ ਜੋ ਪ੍ਰੋਗਰਾਮ ਹੈ ਉਹ ਵੀ ਹੈਗਾ ਕੌਂਸਲ ਦੇ ਇਲੈਕਸ਼ਨਾਂ ਦੇ ਰਿਗਾਰਡਿੰਗ। ਇਸ ਦੇ ਵਿੱਚ ਅਸੀਂ ਵਿਚਾਰ ਜਾਣਨਾ ਚਾਹਾਂਗੇ ਤੁਹਾਡੇ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਜੋ ਪਿੰਡ ਹੈ ਮੈਦਾ ਮਾਜਰੇ ਦੀ ਗੱਲ ਕਰ ਲਈਏ ਤਾਂ ਇਹ ਪਹਿਲਾਂ ਪਿੰਡ ਹੁੰਦਾ ਸੀਗਾ ਤੇ ਉਸ ਤੋਂ ਬਾਅਦ 2012 ਦੇ ਵਿੱਚ ਇਹ ਆ ਗਏ ਕੌਂਸਲ ਦੇ ਵਿੱਚ। ਤੇ ਜਦੋਂ ਪਿੰਡ ਤੋਂ ਬਾਅਦ ਕੌਂਸਲ ਦੇ ਵਿੱਚ ਆ ਗਿਆ ਤਾਂ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਇੱਥੇ ਹੋਣੇ ਸ਼ੁਰੂ ਹੋ ਗਏ? 3 ਦਸੰਬਰ 2012 ਨੂੰ ਸਾਡੇ 6 ਪਿੰਡ ਜਿਹੜੇ ਸੀਗੇ ਉਹ ਕੌਂਸਲ ਦੇ ਵਿੱਚ ਉਸ ਟਾਈਮ ਦੀ ਮੌਜੂਦਾ ਸਰਕਾਰ ਨੇ ਲਿਆਂਦੇ ਹੈ। ਉਦੋਂ ਅਸੀਂ ਬੜਾ ਵਿਰੋਧ ਵੀ ਕੀਤਾ, ਲੇਕਿਨ ਸਮੇਂ ਦੇ ਮੁਤਾਬਕ 2012 ਦੇ ਵਿੱਚ ਜਿਹੜੀ ਸਰਕਾਰ ਹੈ ਅਕਾਲੀ ਭਾਜਪਾ ਦੀ ਬਣ ਗਈ। ਉਸ ਤੋਂ ਬਾਅਦ 17 ਦੇ ਵਿੱਚ ਸਾਡੀ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਈ ਹੈ। ਅਤੇ ਜਦੋਂ ਰਾਣਾ KP ਜੀ ਵਿਧਾਨ ਸਭਾ ਦੇ ਸਪੀਕਰ ਬਣਨ ਤੋਂ ਬਾਅਦ ਅਸੀਂ ਆਪਣੇ ਜਿਹੜੇ 6 ਪਿੰਡਾਂ ਦੇ ਵਿੱਚ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ। ਜੇ ਗੱਲ ਕਰੀਏ ਤਾਂ ਜਦੋਂ ਪਿੰਡ ਵਧੀਆ ਸੀਗਾ ਕਿ ਜੀ ਹੁਣ ਸ਼ਹਿਰ ਵਧੀਆ ਹੈ, ਕਿਹੜੇ ਫਰਕ ਤੁਹਾਨੂੰ ਨਜ਼ਰ ਆਏ ਆ ਜਦੋਂ ਵਾਰਡ ਬਣ ਗਏ ਆ ਜੀ? ਕਿਉਂਕਿ ਲੋਕਾਂ ਨੇ ਤਾਂ ਪਹਿਲਾਂ ਬਹੁਤ ਆਬਜੈਕਸ਼ਨ ਵੀ ਕੀਤੇ ਆ ਜੀ। ਜੇ ਅਸੀਂ ਗੱਲ ਕਰੀਏ ਤਾਂ ਜਦੋਂ ਸੀਵਰੇਜ ਪਿਆ ਉਦੋਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਲੋਕ ਨਰਕ ਭਰੀ ਜ਼ਿੰਦਗੀ ਉਦੋਂ ਬਤੀਤ ਕਰ ਰਹੇ ਸੀਗੇ ਤੇ ਆਵਾਜ਼ ਉਠਾ ਰਹੇ ਸੀਗੇ ਸ਼ਹਿਰ ਨਾਲੋਂ ਸਾਡਾ ਪਿੰਡ ਵਧੀਆ ਸੀਗਾ। ਤੁਸੀਂ ਕੀ ਮੰਨਦੇ ਹੋ? ਵਿਰੋਧ ਕਰਨ ਦੇ ਵਿੱਚ ਅਸੀਂ ਵੀ ਵਿੱਚ ਹੀ ਸੀਗੇ, ਲੇਕਿਨ ਉਸ ਟਾਈਮ ਦਾ ਜੋ ਠੇਕੇਦਾਰ ਸੀਗਾ ਇੰਨੀ ਕਿ ਲਾਪਰਵਾਹੀ ਦੇ ਨਾਲ ਕੰਮ ਕੀਤੇ ਗਏ ਕਿ ਲੋਕਾਂ ਦਾ ਚੱਲਣਾ ਬੜਾ ਹੀ ਮੁਸ਼ਕਲ ਹੋ ਚੁੱਕਿਆ ਸੀਗਾ। ਇਸ ਵਿਰੋਧ ਕਰਨ ਦੇ ਵਿੱਚ ਅਸੀਂ ਲੋਕ ਵਿੱਚ ਹੀ ਸੀਗੇ, ਲੇਕਿਨ ਸਮੇਂ ਦੇ ਮੁਤਾਬਿਕ
ਜਿਸ ਟਾਈਮ ਜਿਹੜੀ ਸਰਕਾਰ 17 ਦੇ ਵਿੱਚ ਬਦਲੀ ਹੈ, ਨਵੀਂ ਸਰਕਾਰ ਸਾਡੀ ਕਾਂਗਰਸ ਦੀ ਪੰਜਾਬ 'ਚ ਆਈ ਹੈ ਤੇ ਅਸੀਂ ਪਹਿਲ ਦੇ ਆਧਾਰ ਤੇ ਸਾਡੇ ਸਪੀਕਰ ਸਾਹਿਬ ਨੇ ਉਸ ਟਾਈਮ ਜਿਹੜੇ ਸਾਡੇ ਕੌਂਸਲਰ ਡਾਕਟਰ ਪਰਸ਼ੋਤਮ ਜੀ ਸੀਗੇ ਜਾਂ ਓਪੋਜੀਸ਼ਨ ਦੇ ਕਪਲਾ ਜੀ ਵੀ ਸੀਗੇ, ਸਭ ਨੇ ਜਿਹੜਾ ਰਲ ਮਿਲ ਕੇ ਅਸੀਂ ਕੰਮ ਨੂੰ ਜਿਹੜਾ ਹੈ ਰਫਤਾਰ ਲਿਆਂਦੀ ਹੈ। ਉਮਕਾ ਜੀ, ਜੇ ਅਸੀਂ ਮੰਨੀਏ ਕਿ ਜਦੋਂ 2017 ਦੇ ਵਿੱਚ ਸਰਕਾਰ ਬਣੀ ਹੈ ਉਸ ਤੋਂ ਬਾਅਦ ਵਿਕਾਸ ਹੋਣੇ ਸ਼ੁਰੂ ਹੋਏ ਹੈ ਤੇ ਉਸ ਤੋਂ ਬਾਅਦ ਜੋ ਨੁਹਾਰ ਹੈ ਉਹ ਤੁਹਾਡੇ ਪਿੰਡ ਦੀ ਸ਼ਹਿਰ ਵਰਗੀ ਨੁਹਾਰ ਹੋਗੀ। ਤੇ ਜੇ ਅਸੀਂ ਗੱਲ ਕਰੀਏ ਤਾਂ ਕਿਹੜੇ ਇੱਦਾਂ ਦੇ ਕੰਮ ਹੈ, ਵਿਕਾਸ ਦੇ ਕੰਮ ਹੈ ਜਿਹੜੇ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਹੋ ਕੇ ਕਰਵਾਏ ਨੇ ਆਪਣੇ ਵਾਰਡ ਦੇ? ਰਕੇਸ਼ ਜੀ, ਮੈਂ 2002 ਤੋਂ ਲੈ ਕੇ ਅੱਜ ਤੱਕ ਦੀ ਮੈਂ ਗੱਲ ਕਰਨ ਨੂੰ ਤਿਆਰ ਹਾਂ ਕਿ ਰਾਣਾ KP ਜੀ ਨੇ ਜਿਹੜਾ ਮੇਦਾ ਮਾਜਰਾ ਤੋਂ ਕਥੇੜਾ ਨੂੰ ਪੁਲ ਪਾਇਆ, ਜਿਹੜਾ ਕਿ ਸਾਡੇ 6 ਪਿੰਡ ਜਿਹੜੇ ਅਗਰ ਅਸੀਂ ਘੁੰਮ ਕੇ ਆਉਣਾ ਸੀਗਾ ਤਾਂ ਬੜੀ ਦੂਰੋਂ ਫਾਟਕ ਲੱਗੇ ਹੁੰਦੇ ਸੀਗੇ, ਸਕੂਲ ਨੂੰ ਜਾਣ ਲਈ ਬੱਚਿਆਂ ਦੀ ਬੜੀ ਪ੍ਰੋਬਲਮ ਆਉਂਦੀ ਸੀਗੀ। ਸਾਡਾ ਇੱਥੇ ਸੀਨੀਅਰ ਸੈਕੰਡਰੀ ਸਕੂਲ ਹੈ, ਬੱਚਿਆਂ ਵਾਸਤੇ ਉਹ ਪੁਲ ਪਿਆ। ਬੱਚਿਆਂ ਦੇ ਨਾਲ ਨਾਲ ਜਿਹੜਾ ਹੈ ਅਸੀਂ ਸਾਡੇ 6 ਪਿੰਡ ਇਕੱਠੇ ਹੋ ਗਏ। 6 ਪਿੰਡ ਦੇ ਨਾਲ ਨਾਲ ਹੁਣ ਜਿਹੜਾ ਬਰਾਰੀ ਤੋਂ ਜਵਾਰ ਰੇਲਵੇ ਰੋਡ ਨੂੰ ਪੁਲ ਪੈ ਰਿਹਾ ਹੈ, ਉਸ ਦੇ ਨਾਲ ਨਾਲ ਹੀ ਜਿਹੜਾ ਹੈ ਬਰਾਰੀ ਦੇ ਵਿੱਚ 4 ਕਰੋੜ 27 ਲੱਖ ਦੇ ਨਾਲ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਔਰ ਬਹੁਤ ਹੀ ਖੂਬਸੂਰਤ ਹੋਏਗਾ। ਜਿਹੜੇ ਲੋਕ ਅਸੀਂ ਹਿਮਾਚਲ ਜਾਂਦੇ ਹੈ ਔਰ ਮੇਦਾ ਮਾਜਰਾ ਦੇ ਵਿੱਚ ਭਗਵਾਨ ਪਰਸ਼ੂਰਾਮ ਹਾਲ 1.25 ਕਰੋੜ ਦੀ ਲਾਗਤ ਦੇ ਨਾਲ ਬਣਿਆ ਹੈ। ਬਹੁਤ ਹੀ ਖੂਬਸੂਰਤ ਜਿਹੜਾ ਉਹ ਹਾਲ ਹੈ। ਜਿਹੜੀਆਂ ਮੈਰਿਜਾਂ ਅਸੀਂ ਹਿਮਾਚਲ 'ਚ ਜਾ ਕੇ ਲੱਖ ਰੁਪਈਆ ਬਰਬਾਦ ਕਰ ਰਹੇ ਹਾਂ, ਲੇਕਿਨ ਆਹ ਜਿਹੜੇ ਬਰਾਰੀ ਔਰ ਮੇਦਾ ਮਾਜਰਾ ਦੇ ਵਿੱਚ ਕਮਿਊਨਿਟੀ ਸੈਂਟਰ ਬਣੇ ਨੇ ਔਰ ਬਹੁਤ ਹੀ ਵਧੀਆ। ਤੇ ਸਾਡੇ ਗਰੀਬ ਲੋਕ ਜਿਹੜੇ ਹੈ ਔਰ ਲੱਖ ਰੁਪਈਆ ਨਹੀਂ ਖਰਚ ਸਕਦੇ, ਉਹ ਇਹਨਾਂ ਦੋਨਾਂ ਵਾਰਡ ਨੰਬਰ 11 ਤੇ ਵਾਰਡ ਨੰਬਰ 10 ਦੇ ਵਿੱਚ ਉਹ ਬਣੇ ਨੇ। ਜਿਹੜਾ 4 ਕਰੋੜ 27 ਲੱਖ ਨਾਲ ਬਰਾਰੀ ਦੇ ਵਿੱਚ 1.25 ਕਰੋੜ ਦੀ ਲਾਗਤ ਦੇ ਨਾਲ ਭਗਵਾਨ ਪਰਸ਼ੂਰਾਮ ਜੀ ਦਾ ਹਾਲ ਮੇਦਾ ਮਾਜਰਾ ਦੇ ਵਿੱਚ ਬਣਿਆ ਹੈ। ਸਾਨੂੰ ਇੱਧਰ ਉੱਧਰ ਕਿਤੇ ਵੀ ਭਟਕਣ ਦੀ ਜ਼ਰੂਰਤ ਨਹੀਂ ਹੈ। ਜੀ ਬਿਲਕੁਲ ਉਮਕਾ ਜੀ, ਜੇ ਅਸੀਂ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਵਿਕਾਸ ਕਾਰਜ ਤਾਂ ਸਾਰੇ ਪਿੰਡਾਂ ਦੇ ਵਿੱਚ ਹੋ ਹੀ ਰਹੇ ਨੇ, ਪਰ ਕੋਈ ਇਸ ਤਰ੍ਹਾਂ ਦਾ ਵੀ ਸੀਗਾ? ਕਿਉਂਕਿ ਜੇ ਗੱਲ ਕਰੀਏ ਇਸ ਸਮੇਂ ਜੋ ਸਰਕਾਰ ਹੈ, ਕੈਪਟਨ ਸਾਹਿਬ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਕਿ ਇੱਕ ਡ੍ਰੀਮ ਪ੍ਰੋਜੈਕਟ ਹੁੰਦਾ ਹੈ ਕਿ ਜੇ ਸਾਡੀ ਸਰਕਾਰ ਆਏਗੀ ਤਾਂ ਅਸੀਂ ਇਸ ਵਾਰਡ ਵਿੱਚ, ਆਪਣੇ ਪਿੰਡ ਵਿੱਚ ਜਾਂ ਵਾਰਡ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਵਾਂਗੇ ਜਿਹੜਾ ਆਉਣ ਵਾਲਿਆਂ ਲਈ ਵੀ ਮਿਸਾਲ ਹੋਏਗਾ। ਤੇ ਜੇ ਗੱਲ ਕਰੀਏ, ਤੁਸੀਂ ਕਿਤੇ ਨਾ ਕਿਤੇ ਦਾਅਵੇਦਾਰੀ ਵੀ ਤੁਹਾਡੀ ਬਣਦੀ ਹੈ ਕਿਉਂਕਿ ਮੀਡੀਆ ਦੇ ਥਰੂ ਪਤਾ ਲੱਗਦਾ ਰਹਿੰਦਾ ਹੈ ਸਾਨੂੰ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਕਿਹੜਾ ਡ੍ਰੀਮ ਪ੍ਰੋਜੈਕਟ ਲੈ ਕੇ ਤੁਸੀਂ ਵਿਕਾਸ ਦੇ ਕੰਮ ਅੱਗੇ ਵਧਾਓਗੇ? ਦੇਖੋ, ਸਭ ਤੋਂ ਪਹਿਲਾਂ ਪ੍ਰਜਾਤੰਤਰ ਹੈ, ਇਸ ਦੇ ਵਿੱਚ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ। ਮੈਂ 2015 ਵਿੱਚ ਵੀ ਇਲੈਕਸ਼ਨ ਲੜਨ ਲਈ ਤਿਆਰ ਸੀਗਾ, ਲੇਕਿਨ ਉਸ ਟਾਈਮ ਕੋਈ ਮਜਬੂਰੀਆਂ ਸੀਗੀਆਂ ਸਪੀਕਰ ਸਾਹਿਬ ਦੀਆਂ। ਉਹਨਾਂ ਨੇ ਜਿਹਨੂੰ ਟਿਕਟ ਦਿੱਤੀ ਅਸੀਂ ਉਸ ਨਾਲ ਤਨਮੇਹੀ ਦੇ ਨਾਲ ਇਲੈਕਸ਼ਨ ਲੜਿਆ। ਲੇਕਿਨ ਅੱਜ ਅਗਰ ਮੈਨੂੰ ਦੁਬਾਰਾ ਮੌਕਾ ਮਿਲਦਾ ਹੈ ਕਿ ਮੈਂ ਜਿਹੜਾ ਹੈ, ਪਹਿਲਾਂ ਮੇਰੇ ਬਾਬਾ ਜੀ 25 ਸਾਲ ਸਰਪੰਚ ਰਹੇ, ਉਸ ਤੋਂ ਬਾਅਦ ਮੈਂ 2008 ਦੇ ਵਿੱਚ ਮੈਨੂੰ ਮੇਦਾ ਮਾਜਰਾ ਦੇ ਵਿੱਚ ਲੋਕਾਂ ਨੇ ਸਰਪੰਚ ਬਣਾ ਕੇ ਮੌਕਾ ਦਿੱਤਾ। ਓਪੋਜੀਸ਼ਨ ਦੇ ਵਿੱਚ ਰਹਿ ਕੇ ਮੈਂ ਉਹ ਕੰਮ ਕੀਤੇ ਕਿ ਜਿਹੜੀ ਪੜ੍ਹੀ ਲਿਖੀ ਲੋਕ ਹੈ ਉਹ ਜਾਣ ਲਿਆ ਕਿ ਜੋ ਮੇਦਾ ਮਾਜਰਾ ਦੇ ਵਿੱਚ ਹੋਇਆ। ਕਮਿਊਨਿਟੀ ਸੈਂਟਰ ਦੇ ਇੱਕ ਜਿਹੜਾ ਪੰਚਾਇਤੀ ਤੌਰ 'ਤੇ ਬਣਦੇ ਆ ਉਹ ਬਣਾਇਆ। ਫਿਰ ਜਿਹੜਾ 55 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਸਬੈਂਡਰੀ ਹਸਪੀਟਲ ਹੈ ਉਹ ਬਣਿਆ। ਫਿਰ ਨਰੇਗਾ ਦੇ ਅਧੀਨ ਗੁਰੂ ਰਵਿਦਾਸ ਮੰਦਿਰ ਦੇ ਨਾਲ ਡੰਗਾ ਲਗਾ ਕੇ ਜਿਹੜੇ ਕਿ ਲੋਕ ਦੁਸ਼ਹਿਰਾ ਦੇਖਣ ਲਈ ਨੰਗਲ ਜਾਂਦੇ ਸੀ, ਉਹ ਇੱਕ ਮਿਸਾਲ ਪੇਸ਼ ਕੀਤੀ ਕਿ ਦੁਸ਼ਹਿਰਾ ਮਨਾਉਣਾ ਅਸੀਂ ਆਪਣੇ ਪਿੰਡ ਮੇਦਾ ਮਾਜਰਾ ਦੇ ਵਿੱਚ ਸ਼ੁਰੂ ਕਰ ਦਿੱਤਾ। ਔਰ ਜਿੰਨੇ ਸਾਡੇ 10-15 ਪਿੰਡ ਲੱਗਦੇ ਆ, ਮਾਨਕਪੁਰ, ਡੁਬਕਲੀ, ਮੇਘਪੁਰ, ਉੱਧਰ ਆਪਣੇ 6 ਪਿੰਡ ਹੈ। ਔਰ ਜਦੋਂ ਵੀ ਦੁਸ਼ਹਿਰਾ ਹੁੰਦਾ ਹੈ ਕਮ ਸੇ ਕਮ ਵੀ ਇੱਥੇ 4-5 ਹਜ਼ਾਰ ਬੰਦਾ ਇਕੱਠਾ ਹੁੰਦਾ ਹੈ। ਇਹ ਮੇਰਾ ਬਹੁਤ ਬੜਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ। ਔਰ ਅਗਰ ਮੈਨੂੰ ਹੁਣ ਦੁਬਾਰਾ ਫਿਰ ਮੌਕਾ ਮਿਲਿਆ, ਬਹੁਤ ਕੰਮ ਜਿਹੜੇ ਰਕੇਸ਼ ਜੀ ਹੋਣ ਵਾਲੇ ਹੈ ਆਪਾਂ ਕਰਨ ਲਈ ਤਿਆਰ ਹੈ। ਔਰ ਸਭ ਤੋਂ ਵੱਡਾ ਮੇਰਾ ਮੇਨ ਜਿਹੜਾ ਮਕਸਦ ਹੋਊਗਾ ਕਿ ਅੱਜ ਜਿਹੜੀ ਯੁਵਾ ਬ੍ਰਿਗੇਡ ਹੈ ਨਸ਼ੇ ਦੇ ਵਿੱਚ ਉਲਝਦੀ ਜਾ ਰਹੀ ਹੈ, ਉਸ ਦੇ ਲਈ ਸਾਡੇ ਕੋਲ ਜਗ੍ਹਾ ਵੀ ਹੈ। ਆਪਾਂ ਸਪੀਕਰ ਸਾਹਿਬ ਨੂੰ ਵੀ ਪਤਾ ਹੈ। ਔਰ ਜਿਹੜਾ ਗਰਾਊਂਡ ਹੈ ਇਸ ਹਿਸਾਬ ਨਾਲ ਕਿ ਵਾਲੀਬਾਲ, ਬਾਸਕਟਬਾਲ, ਹੋਰ ਕਈ ਤਰ੍ਹਾਂ ਦਾ ਜਿਹੜਾ ਹੈ ਉਸ ਗਰਾਊਂਡ ਦੇ ਵਿੱਚ ਫੈਸਿਲਿਟੀ ਦੇ ਕੇ ਉਹ ਜਿਹੜਾ ਡ੍ਰੀਮ ਪ੍ਰੋਜੈਕਟ ਉਹਨੂੰ ਬਣਾਵਾਂਗੇ। ਜਿਹੜਾ ਬਿਜ਼ਨਸ ਹੈ ਮੇਨ ਮਾਰਕੀਟ, ਅੱਡਾ ਮਾਰਕੀਟ ਦੇ ਵਿੱਚ, ਕਿਉਂਕਿ ਫਾਟਕ ਲੱਗਣ ਦੇ ਕਾਰਨ ਅੱਧਾ ਰਹਿ ਗਿਆ, ਲੋਕ ਜਿਹੜਾ ਹਿਮਾਚਲ ਵੱਲ ਨੂੰ ਜਾਣ ਲੱਗ ਪਏ। ਲੇਕਿਨ ਉਹਨਾਂ ਨੇ ਜਿਹੜਾ ਅਸੀਂ ਸਾਰੇ ਜਿੰਨੀ ਸਾਡੀ ਕਾਂਗਰਸ ਦੀ ਟੀਮ ਹੈ ਹਰ ਟਾਈਮ ਵੀ ਰਾਣਾ ਜੀ ਇਸ ਚੀਜ਼ ਦਾ ਹੱਲ ਕੀਤਾ ਜਾਵੇ ਕਿ ਲੋਕਾਂ ਨੇ ਤੁਹਾਨੂੰ ਜਿਹੜਾ ਹੈ MLA ਬਣਾਇਆ ਹੈ। ਔਰ ਰਾਣਾ ਜੀ ਨੇ ਵੀ ਪਹਿਲ ਦੇ ਆਧਾਰ 'ਤੇ ਇਹ ਪੁਲ ਦੇ ਬਾਰੇ ਉੱਪਰ
ਗੱਲ ਕੀਤੀ ਸੀਗੀ ਔਰ ਮਨਮੋਹਨ ਸਿੰਘ ਦੇ ਟਾਈਮ ਇਹ ਪੁਲ ਪਾਸ ਹੋਇਆ ਸੀਗਾ। ਤੇ ਜਦੋਂ 2017 ਦੇ ਵਿੱਚ ਸਰਕਾਰ ਆਈ 25% ਜਿਹੜਾ ਹੈ ਸੈਂਟਰ ਸਰਕਾਰ ਦਾ ਹਿੱਸਾ ਬਣਦਾ ਹੈ, 75% ਔਰ ਸਾਡੇ ਜਦੋਂ ਕੈਪਟਨ ਸਾਹਿਬ ਦੀ ਸਰਕਾਰ 17 'ਚ ਆਈ ਤੇ ਉਹਨਾਂ ਨੇ ਜਿਹੜਾ 75% ਪੈਸੇ ਜਮ੍ਹਾਂ ਕਰਾ ਕੇ ਇਹ ਪੁਲ ਨੂੰ ਸ਼ੁਰੂ ਕੀਤਾ। ਚੰਦੂ ਮਾਜਰਾ ਜੀ ਨੇ ਇਹ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਜਿਹੜੀ ਹੈ ਆਪਣਾ ਬਣਦਾ ਹਿੱਸਾ ਨਹੀਂ ਦੇ ਰਹੀ, ਇਸ ਕਰਕੇ ਪੁਲ ਨਹੀਂ ਬਣ ਰਿਹਾ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਬੀਜੇਪੀ ਵਾਲੇ ਕਹਿ ਰਹੇ ਕਿ ਅਸੀਂ ਡਿਵੈਲਪਮੈਂਟ ਕੀਤੀ ਹੈ? ਕਿਹੜੀ ਡਿਵੈਲਪਮੈਂਟ ਕੀਤੀ ਹੈ? ਇੱਕ ਵੀ ਪ੍ਰੋਜੈਕਟ ਦਾ ਨਾਮ ਲੈ ਕੇ ਦੱਸ ਦਿਓ, ਫਿਰ ਅਸੀਂ ਕਹਾਂਗੇ ਕਿ ਅਸੀਂ ਬਿਲਕੁਲ ਜਿਹੜੀ ਡਿਵੈਲਪਮੈਂਟ ਨਹੀਂ ਕੀਤੀ ਹੈ। ਜੋ ਕੀਤਾ ਉਹ ਓਪੋਜੀਸ਼ਨ ਨੇ ਕੀਤਾ ਹੈ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੇ ਡਿਵੈਲਪਮੈਂਟ ਨਹੀਂ ਕੀਤੀ। ਬੀਜੇਪੀ ਵਾਲੇ ਐਲੀਗੇਸ਼ਨ ਲਗਾ ਰਹੇ ਨੇ ਕਿ ਮੌਜੂਦਾ ਜੇ ਕੌਂਸਲ ਦੀ ਗੱਲ ਕਰੀਏ ਤਾਂ ਕਰਪਸ਼ਨ ਇਸ ਵੇਲੇ ਜਿੰਨੀ ਇਸ ਵਾਰ ਹੋਈ ਹੈ ਇੰਨੀ ਕਰਪਸ਼ਨ ਕਦੇ ਵੀ ਨਹੀਂ ਹੋਈ। ਜੇ ਅਸੀਂ ਗੱਲ ਕਰੀਏ ਪੇਵਰਾਂ ਦਾ ਸ਼ਹਿਰ ਬਣ ਕੇ ਨੰਗਲ ਸ਼ਹਿਰ ਰਹਿ ਗਿਆ। ਪੇਵਰ ਜਿੱਥੇ ਲੱਗੇ ਹੋਏ ਉਹਨਾਂ ਨੂੰ ਪੱਟ ਕੇ ਦੁਬਾਰਾ ਲਗਾਏ ਜਾ ਰਹੇ ਹੈ। ਪੇਵਰਾਂ ਦੇ ਉੱਪਰ ਪੇਵਰ ਲੱਗ ਰਹੇ ਹੈ ਜੀ। ਮਤਲਬ ਕਿਤੇ ਨਾ ਕਿਤੇ ਕਰਪਸ਼ਨ ਦਾ ਮੁੱਦਾ ਹੈ, ਉਹ ਵੀ ਓਪੋਜੀਸ਼ਨ ਚੱਕ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਇਹ ਬਿਆਨਬਾਜ਼ੀ ਹੁੰਦੀ ਆ, ਇਲਜ਼ਾਮ ਨਿਰਾਧਾਰ ਹੈ। ਇਹ 1900 ਜਦੋਂ ਦੇਸ਼ ਆਜ਼ਾਦ ਹੋਇਆ 1947 'ਚ, ਉਦੋਂ ਤੋਂ ਗਲੀਆਂ ਨਾਲੀਆਂ ਬਣਦੀਆਂ ਆ ਰਹੀਆਂ। ਅਸੀਂ ਸਵਾਲ ਇਹ ਹੈ ਸਰ, ਆਪਾਂ ਗੱਲ ਕੀਤੀ ਹੈ ਕਿ ਪੁਲਾਂ ਦੀ ਗੱਲ, ਡਿਵੈਲਪਮੈਂਟ ਜਿਹੜੀ ਹੈ, ਰੁਜ਼ਗਾਰ ਵੀ ਦਿੱਤਾ ਹੈ ਕਾਂਗਰਸ ਪਾਰਟੀ ਨੇ। ਜਿਹੜੇ ਇਹ ਇਲਜ਼ਾਮ ਲਗਾਉਂਦੇ ਓਪੋਜੀਸ਼ਨ ਦਾ ਕੰਮ ਇਲਜ਼ਾਮ ਲਗਾਉਣਾ ਹੈ, ਅਸੀਂ ਇਹਨਾਂ ਨੂੰ ਮੰਨਦੇ ਨਹੀਂ ਹੈ। ਅਸੀਂ ਡਿਵੈਲਪਮੈਂਟ ਦੇ ਉੱਪਰ ਬਹਿਸ ਕਰਨ ਨੂੰ ਜਦੋਂ ਮਰਜ਼ੀ ਸਾਡੇ ਨਾਲ ਓਪੋਜੀਸ਼ਨ ਵਾਲੇ ਜਿੱਥੇ ਮਰਜ਼ੀ ਚਾਹਣ ਆਪਾਂ ਗੱਲ ਕਰਨ ਨੂੰ ਤਿਆਰ ਹੈ। ਕਰਪਸ਼ਨ ਦੀ ਗੱਲ ਕਰੀਏ ਤਾਂ ਪਿੱਛੇ ਜੇ ਬੀਜੇਪੀ ਵਾਲੇ ਕਹਿ ਰਹੇ ਕਿ ਜਦੋਂ ਫਾਰਮੇਸੀ ਕਾਲਜ ਦੇ ਵਿੱਚ ਵੈਕੈਂਸੀਆਂ ਨਿਕਲੀ ਸੀਗੀਆਂ ਉਦੋਂ ਸਿਰਫ ਆਪਣੇ ਚਹੇਤਿਆਂ ਨੂੰ ਹੀ ਉੱਥੇ ਰੱਖ ਲਿਆ ਗਿਆ ਸੀਗਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆਇਆ, ਉਸ ਤੋਂ ਬਾਅਦ ਇਹ ਜਿਹੜਾ ਪੋਸਟਾਂ ਕ੍ਰੀਏਟ ਕੀਤੀਆਂ ਸੀ ਕਿ ਉਹਨਾਂ ਨੂੰ ਕੈਂਸਲ ਕੀਤਾ ਗਿਆ। ਸਭ ਤੋਂ ਵੱਡਾ ਐਲੀਗੇਸ਼ਨ ਤਾਂ ਇਹ ਲੱਗ ਰਿਹਾ ਹੈ ਜੀ। ਨਹੀਂ ਸਰ, ਲੱਗਿਆ ਤਾਂ ਨਹੀਂ ਨਾ ਕੋਈ ਵੀ ਹੈ ਜੀ। अगर किते किसी कारण कोई बंच कोई गलती हुई है, लेकिन उसी टाइम ही स्पीकर साहब ने वो जो पोस्टां सी कैंसल करवाती सी जी। किते भी कोई प्रॉब्लम हुण है नहीं है, और जो भी पोस्टां रखियां जाणगियां और पहल के आधार ते पारदर्शिता नाल रखियां जाणगियां। जी ये ਅਸੀਂ ਗੱਲ ਕਰੀਏ ਤਾਂ ਇਸ ਵੇਲੇ ਜੇ ਕਰਪਸ਼ਨ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਕੌਂਸਲ ਦੁਆਰਾ ਇੱਕ ਸਵੀਮਿੰਗ ਪੂਲ ਬਣਾਇਆ ਗਿਆ ਸੀਗਾ ਜੋ ਕਿ ਹੁਣ ਤੱਕ ਬੰਦ ਪਿਆ ਹੋਇਆ ਹੈ ਜੀ। ਤੇ ਉਸ ਕਰਪਸ਼ਨ ਦੇ ਚੱਲਦੇ ਹੋਏ ਕੋਈ ਇਨਕੁਆਰੀ ਹੈ ਅਜੇ ਤੱਕ ਨਹੀਂ ਹੋ ਪਾਈ ਹੈ। ਪਹਿਲਾਂ ਭਾਜਪਾ ਸਰਕਾਰ ਵੀ ਸੀ, ਹੁਣ ਤੁਹਾਡੀ ਸਰਕਾਰ ਵੀ ਰਹੀ ਹੈ ਜੀ। ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਜਿਹੜਾ ਸਵੀਮਿੰਗ ਪੂਲ ਬਣਿਆ ਸੀਗਾ ਉਹ ਕਿਸ ਸਰਕਾਰ ਦੇ ਟਾਈਮ 'ਚ ਬਣਿਆ? ਉਸ ਟਾਈਮ ਦਾ ਚੇਅਰਮੈਨ ਕੌਣ ਸੀਗਾ? ਸਿੱਧੂ ਸਾਹਿਬ ਨੇ ਗੱਲ ਕਹੀ ਸੀ ਕਿ ਅਸੀਂ ਇਨਕੁਆਰੀ ਕਰਾਵਾਂਗੇ, ਲੇਕਿਨ ਕੁਝ ਸਮੇਂ ਬਾਅਦ ਕਿਉਂਕਿ ਇਸ ਸਾਲ ਦੇ ਵਿੱਚ ਇਨਕੁਆਰੀ ਹੋਣੀਆਂ ਸੀਗੀਆਂ, ਲੇਕਿਨ ਇਹ ਜਿਹੜੀ ਬਿਮਾਰੀ ਮਾਰਚ ਮਹੀਨੇ ਤੋਂ ਸਾਡੇ ਹਿੰਦੁਸਤਾਨ ਦੇ ਵਿੱਚ ਆਈ ਹੈ। ਬਹੁਤ ਜ਼ਿਆਦਾ ਜਿਹੜੀ ਡਿਵੈਲਪਮੈਂਟ ਰੁਕ ਗਈਆਂ, ਬੜਾ ਕੁਝ ਰਹਿ ਗਿਆ ਜੀ, ਲੇਕਿਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਭ ਕੁਝ ਹੋਏਗਾ ਜੀ। ਬਿਲਕੁਲ ਕਰੋਨਾ ਦੀ ਗੱਲ ਕਰੀਏ ਤਾਂ ਕਰੋਨਾ ਦੇ ਮੁੱਦੇ ਨੂੰ ਲੈ ਕੇ ਨੇ ਬੀਜੇਪੀ ਦੇ ਵਰਕਰ ਨੇ ਉਹਨਾਂ ਦੁਆਰਾ ਵੀ ਐਲੀਗੇਸ਼ਨ ਲੱਗਦੇ ਰਹੇ ਕਿ ਜੋ ਸਰਕਾਰੀ ਰਾਸ਼ਨ ਆਇਆ ਹੈ ਉਹ ਸੱਤਾਧਾਰ ਪਾਰਟੀ ਹੈ, ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਬੈਨੀਫਿਟ ਦਿੱਤੇ ਆ, ਚਾਹੇ ਰਾਸ਼ਨ ਹੋਵੇ ਚਾਹੇ ਕੋਈ ਵੀ ਬੈਨੀਫਿਟ ਸਰਕਾਰ ਵੱਲੋਂ ਆਇਆ ਹੋਵੇ। ਅਜਿਹਾ ਕਿਉਂ? ਇਸ ਤਰ੍ਹਾਂ ਦਾ ਬਿਲਕੁਲ ਕੁਝ ਨਹੀਂ ਹੈ। ਕਿਆ ਕਰੋਨਾ ਸਿਰਫ ਕਾਂਗਰਸ ਦੇ ਵਾਸਤੇ ਆਇਆ? ਜਿਹੜਾ ਕਰੋਨਾ ਬਿਮਾਰੀ ਹੈ ਉਹ ਨਾ ਝਾੜੂ ਵਾਲਿਆਂ ਨੂੰ ਪੁੱਛੇ ਨਾ ਬੀਜੇਪੀ ਵਾਲਿਆਂ ਨੂੰ ਪੁੱਛੇ ਵੀ ਤੁਸੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਆ। ਇਹ ਬਿਲਕੁਲ ਇਲਜ਼ਾਮ ਹੈ, ਨਿਰਾਧਾਰ ਹੈ। ਜਿਹੜੀ ਕਰੋਨਾ ਬਿਮਾਰੀ ਹੈ ਕਿਸੇ ਨੂੰ ਵੀ ਹੋ ਸਕਦੀ ਹੈ, ਲੇਕਿਨ ਜੋ ਵੀ ਸੈਂਟਰ ਸਰਕਾਰ ਤੋਂ ਆਇਆ, ਪੰਜਾਬ ਸਰਕਾਰ ਤੋਂ ਆਇਆ, ਬਿਨਾਂ ਕਿਸੇ ਭੇਦਭਾਵ ਤੋਂ ਜੋ ਵੀ ਆਟਾ ਦਾਲ ਸੀਗੀ, ਜੋ ਵੀ ਸਕੀਮ ਆਈ, ਜੋ ਵੀ ਸੀ, ਸਭ ਨੂੰ ਦਿੱਤਾ ਗਿਆ ਹੈ। ਪਰ ਬੀਜੇਪੀ ਵਾਲੇ ਕਹਿੰਦੇ ਜਦੋਂ ਉਹ ਆਪਣੇ ਵੱਲੋਂ ਰਾਸ਼ਨ ਵਗੈਰਾ ਵੰਡਦੇ ਸੀਗੇ ਤਾਂ ਉਹਨਾਂ ਨੂੰ ਜਿਹੜੇ ਸੱਤਾਧਾਰੀ ਪਾਰਟੀ ਵਾਲੇ ਉਹ ਰੋਕ ਲੈਂਦੇ ਸੀਗੇ, ਉਹਨਾਂ ਨੂੰ ਵੀ ਵੰਡਣ ਨਹੀਂ ਦਿੱਤਾ ਗਿਆ। ਜਦੋਂ ਇਹ ਵੰਡ ਰਹੇ ਸੀਗੇ ਤਾਂ ਸਾਨੂੰ ਕਿਉਂ ਰੋਕਿਆ ਜਾ ਰਿਹਾ ਸੀ? ਨਹੀਂ, ਉਹ ਆਪਣੀ ਸਿਰਫ ਸਿਆਸਤ ਚਮਕਾ ਰਿਹਾ ਹੈ। ਇਸ ਤਰ੍ਹਾਂ ਦਾ ਕੁਝ ਵੀ ਕੋਈ ਗੱਲਬਾਤ ਨਹੀਂ ਹੈ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਤਾਂ ਕੌਂਸਲ ਦੀ ਗੱਲ ਕਰੀਏ, ਹਾਊਸ ਦੇ ਵਿੱਚ ਮੀਡੀਆ ਦੀ ਐਂਟਰੀ ਤੇ ਬੈਨ ਲੱਗ ਗਿਆ ਹੈ। ਜਿਹੜਾ ਬੈਨ ਲਗਾਇਆ ਗਿਆ ਹੈ ਉਹ ਜੋ ਪ੍ਰਧਾਨ ਸੀਗੇ ਉਸ ਸਮੇਂ ਦੇ ਉਹਨਾਂ ਦੁਆਰਾ ਬੈਨ ਲਗਾਇਆ ਸੀਗਾ। ਉਸ ਤੋਂ ਬਾਅਦ ਤੁਸੀਂ ਕੀ ਦੇਖਦੇ ਹੋ ਕਿ ਮੀਡੀਆ ਦੀ ਜੋ ਐਂਟਰੀ ਤੇ ਬੈਨ ਲੱਗਿਆ ਹੈ ਉਹ ਠੀਕ ਹੈ? ਇੱਕ ਜਿਹੜਾ ਨੁਮਾਇੰਦਾ ਚੁਣ ਕੇ ਹਾਊਸ ਵਿੱਚ ਜਾ ਰਿਹਾ ਕੌਂਸਲ ਦੇ ਵਿੱਚ, ਪਬਲਿਕ ਦੀ ਆਵਾਜ਼ ਉਠਾਉਂਦਾ ਹੈ, ਜਾ ਕੇ ਮੁੱਦਿਆਂ ਨੂੰ ਛੇੜਦਾ ਹੈ ਕਿ ਸਾਡੇ ਵਾਰਡ ਦੇ ਵਿੱਚ ਇਸ ਮੁੱਦੇ ਨੂੰ ਲੋੜ ਹੈ, ਮੁੱਦਾ ਹੱਲ ਹੋਣਾ ਚਾਹੀਦਾ ਹੈ, ਤੇ ਉਸ ਦੀ ਜੋ ਲਾਈਵ ਵੀਡੀਓ ਹੈ ਜਾਂ ਲਾਈਵ ਕਵਰੇਜ ਹੈ ਜਾਂ ਕਵਰੇਜ ਦੀ ਅਸੀਂ ਗੱਲ ਕਰੀਏ, ਮੀਡੀਆ ਪਬਲਿਕ ਤੱਕ ਵਾਪਸ ਪਹੁੰਚਾਉਂਦਾ ਹੈ। ਕਿਤੇ ਨਾ ਕਿਤੇ ਮਾਧਿਅਮ ਬੰਦ ਕਰ ਦਿੱਤਾ ਗਿਆ। ਪਬਲਿਕ ਨੂੰ ਕਿਵੇਂ ਪਤਾ ਲੱਗੇਗਾ ਕਿ ਹਾਊਸ ਦੇ ਵਿੱਚ ਜੋ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹਨਾਂ ਦੀ ਆਵਾਜ਼ ਉਠਾ ਰਿਹਾ ਹੈ ਜਾਂ ਨਹੀਂ ਉਠਾ ਰਿਹਾ ਹੈ? ਦੇਖੋ, ਤੁਸੀਂ ਗੱਲ ਕੀਤੀ ਮੀਡੀਆ ਦੀ ਨੋ ਐਂਟਰੀ ਉਹਦੇ ਵਿੱਚ। ਦੇਖੋ, ਉਸ ਟਾਈਮ ਆਪਾਂ ਤਾਂ ਨਹੀਂ ਸੀਗੇ, ਨਗਰ ਕੌਂਸਲ ਦਾ ਕੌਣ ਪ੍ਰਧਾਨ ਸੀ, ਕਿਹਨੇ ਜਿਹੜੀਆਂ ਨੋ ਐਂਟਰੀ ਕੀਤੀ ਹੈ। ਲੇਕਿਨ ਰਕੇਸ਼ ਜੀ,
ਸਰੀਰ ਦੇ ਲਈ ਖੂਨ ਦੀ ਜ਼ਰੂਰਤ ਹੈ। ਰਾਜਨੀਤੀ ਦੇ ਵਿੱਚ ਚੌਥਾ ਸਤੰਭ ਮੀਡੀਆ ਕਿਹਾ ਜਾਂਦਾ ਹੈ। ਮੀਡੀਆ ਹੀ ਜਿਹੜੇ ਹਰ ਸਟੈਪ ਨੂੰ ਅੱਗੇ ਲਿਆ ਕੇ ਲਿਆਉਂਦਾ ਹੈ ਕਿ ਪਤਾ ਲੱਗਦਾ ਹੈ ਕਿ ਮੀਡੀਆ ਜਿਹੜਾ ਹੈ ਕਿਆ ਕਰ ਰਿਹਾ, ਕਿਆ ਕਾਰਗੁਜ਼ਾਰੀ ਹੈ। ਅਗਰ ਕਿਤੇ ਨਾ ਕਿਤੇ ਕੋਈ ਪੋਲੀਟੀਸ਼ੀਅਨ ਗਲਤੀ ਕਰਦਾ ਹੈ ਉਹ ਮੀਡੀਆ ਹੀ ਸਿਖਾਉਂਦਾ ਹੈ। ਮੀਡੀਆ ਦੀ ਜਿਹੜੀ ਐਂਟਰੀ ਹੈ ਬਹੁਤ ਜ਼ਰੂਰੀ ਚਾਹੀਦੀ ਹੈ ਅਤੇ ਕਿਤੇ ਵੀ ਕੋਈ ਵੀ ਕੰਮ ਹੋਵੇ ਮੀਡੀਆ ਹੀ ਅੱਗੇ ਹੋ ਕੇ ਕੰਮ ਕਰਦਾ ਹੈ। ਮੀਡੀਆ ਦੀ ਜਿਹੜੀ ਨੋ ਐਂਟਰੀ ਨਹੀਂ ਹੋਣੀ ਚਾਹੀਦੀ। ਤੁਹਾਡੀ ਇੱਕ ਨਿੱਜੀ ਰਾਏ ਵੀ ਜਾਣਨਾ ਚਾਹਾਂਗੇ ਕਿ ਹੁਣ ਤੱਕ ਭਾਜਪਾ ਦੇ ਵੀ ਸੱਤਾਧਾਰੀ ਪਿਛਲੇ ਟਰਮ ਦੀ ਗੱਲ ਕਰੀਏ ਉਹ ਵੀ ਰਹੇ ਹੈ, ਇਸ ਵਾਰ ਤੁਹਾਡੇ ਵੀ ਸੀਗੇ, ਪਰ ਨਾ ਉਸ ਟਾਈਮ ਨਾ ਤੇ ਇਸ ਟਾਈਮ ਕਿਸੇ ਨੇ ਵੀ ਇਹ ਮੁੱਦਾ ਨਹੀਂ ਉਠਾਇਆ ਕਿ ਐਂਟਰੀ ਖੁੱਲ੍ਹਣੀ ਚਾਹੀਦੀ ਹੈ। ਬੈਨ ਵੇਲੇ ਜਦੋਂ ਬੈਨ ਕੀਤੀ ਹੈ ਸਾਈਨ ਕਰ ਦਿੱਤੇ ਗਏ, ਮਤਾ ਬਣਾ ਦਿੱਤਾ ਗਿਆ ਜੀ ਐਂਟਰੀ ਬੈਨ, ਇਹਨਾਂ ਦੁਆਰਾ ਨਹੀਂ ਮੁੱਦਾ ਉਠਾਇਆ ਗਿਆ। ਉਸ ਦੇ ਬਾਰੇ ਤੁਹਾਡੀ ਨਿੱਜੀ ਕੀ ਰਾਏ ਹੈ ਜੀ? ਉਠਾਉਣਾ ਚਾਹੀਦਾ ਸੀ। ਅਗਰ ਇਹ ਮੌਕਾ ਬੀਇੰਗ ਐਮਸੀ ਆਪਾਂ ਨੂੰ ਮਿਲਦਾ ਹੈ, ਸਾਡੀ ਜਿਹੜੀ ਹੈ ਕੌਂਸਲ ਅਸੀਂ ਬਣਾਉਣੀ ਹੈ ਹਰ ਹਾਲਤ ਵਿੱਚ ਰਾਣਾ ਕੇਪੀ ਜੀ ਦੀ ਅਗਵਾਈ ਦੇ ਵਿੱਚ ਬਣਾਉਣੀ ਹੈ। ਔਰ ਇਹ ਜਿਹੜਾ ਅਸੀਂ ਪਹਿਲ ਦੇ ਆਧਾਰ 'ਤੇ ਤੁਸੀਂ ਇਹ ਸਾਨੂੰ ਯਾਦ ਵੀ ਕਰਾ ਦੇਣਾ ਜਦੋਂ ਸਾਡੀ ਹਾਊਸ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ, ਉਸ ਦੇ ਵਿੱਚ ਅਸੀਂ ਮਤਾ ਪਾ ਕੇ ਜਿਹੜੀ ਮੀਡੀਆ ਦੀ ਐਂਟਰੀ ਨੂੰ ਓਪਨ ਕਰਾਂਗੇ। ਜੀ ਬਿਲਕੁਲ। ਇੱਕ ਕੁਐਸਚਨ ਹੋਰ, ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਕਿ ਕਾਂਗਰਸ ਦੇ ਵਿੱਚ ਖਿੱਚਾਤੁਣੀ ਵੀ ਚੱਲੀ ਹੋਈ ਹੈ, ਲੈਗ ਪੁਲਿੰਗ ਦੀ ਗੱਲ ਕਰੀਏ ਵੀ ਦੇਖਣ ਨੂੰ ਕੁਝ ਮਿਲ ਰਹੀ ਹੈ, ਤੇ ਕੀ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦੀ ਲੈਗ ਪੁਲਿੰਗ ਚੱਲਦੀ ਰਹੇਗੀ ਤਾਂ ਤੁਸੀਂ ਇਲੈਕਸ਼ਨ ਦੇ ਵਿੱਚ ਆਪਣਾ ਜੋ ਵੀ ਹੈ ਬਹੁਮਤ ਪੇਸ਼ ਕਰ ਪਾਓਗੇ? ਦੇਖੋ, ਕਾਂਗਰਸ ਪਾਰਟੀ ਜਿਹੜੀ ਬਹੁਤ ਵੱਡੀ ਪਾਰਟੀ ਹੈ, ਬੜਾ ਪਰਿਵਾਰ ਹੈ, ਦੋ ਭਾਂਡੇ ਖੜਕਦੇ ਹੁੰਦੇ ਆ, ਲੇਕਿਨ ਇੱਦਾਂ ਦਾ ਕੁਝ ਨਹੀਂ ਹੈ। ਜਦੋਂ ਲੜਾਈ ਸ਼ੁਰੂ ਹੋਣੀ ਹੈ ਸਭ ਕਾਂਗਰਸੀ ਇੱਕ ਹੋ ਕੇ ਇਕਜੁੱਟ ਹੋ ਕੇ ਲੜਾਈ ਲੜਾਂਗੇ ਤੇ ਅਸੀਂ ਨਗਰ ਕੌਂਸਲ ਬਣਾਵਾਂਗੇ। ਜੇ ਤੁਹਾਨੂੰ ਟਿਕਟ ਮਿਲਦੀ ਹੈ ਵਾਰਡ ਤੋਂ ਤਾਂ ਕਿਸ ਪ੍ਰਕਾਰ ਤੁਸੀਂ ਪ੍ਰੋਜੈਕਟ ਲੈ ਕੇ ਆਓਗੇ, ਕੀ ਕਰਵਾਓਗੇ ਆਪਣੇ ਵਾਰਡ ਦੇ ਵਿੱਚ ਸਭ ਤੋਂ ਪਹਿਲੇ ਆਧਾਰ 'ਤੇ? ਦੇਖੋ, ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਇਹ ਪ੍ਰਜਾਤੰਤਰ ਹੈ, ਲੜਾਈ ਲੜਨ ਦਾ ਹਰ ਬੰਦੇ ਨੂੰ ਅਧਿਕਾਰ ਹੈ। ਅਗਰ ਮੈਨੂੰ ਟਿਕਟ ਮਿਲਦੀ ਹੈ, ਮੇਰਾ ਆਪਣਾ ਵਿਜ਼ਨ ਹੈ, ਮੇਰੀ ਆਪਣੀ ਸੋਚ ਹੈ, ਮੈਂ ਕਿਸ ਤਰੀਕੇ ਨਾਲ, ਕਿਉਂਕਿ ਮੇਰੇ ਖਾਨਦਾਨ ਦੇ ਵਿੱਚ ਰਾਜਨੀਤੀ ਦੀ ਜਿਹੜੇ ਬਿਲਕੁਲ ਉਹ ਹੋਈ ਹੈ। ਮੇਰੇ ਬਾਬਾ ਜੀ ਸਰਪੰਚ ਰਹੇ, ਉਸ ਤੋਂ ਬਾਅਦ ਅਸੀਂ ਸਰਪੰਚ ਨਹੀਂ ਵੀ ਸੀਗੇ, ਤਦ ਵੀ ਸਾਡਾ ਜਿਹੜਾ ਲੋਕਾਂ ਦੇ ਨਾਲ ਅਸੀਂ ਜੁੜੇ ਹੋਏ ਆ, ਗ੍ਰਾਸ ਰੂਟ ਲੈਵਲ 'ਤੇ ਜੁੜੇ ਹੋਏ ਆ। ਮੇਰਾ ਆਪਣਾ ਵਿਜ਼ਨ ਹੈ, ਤਾਂ ਜਿਹੜਾ ਹੈ ਨੰਗਲ ਦੀ ਡਿਵੈਲਪਮੈਂਟ ਵੀ ਹੋਏਗੀ ਅਤੇ ਮੇਰਾ ਜੋ ਵਾਰਡ ਮੈਨੂੰ ਮਿਲੇਗਾ ਮੈਂ ਉਸ ਦੀ ਵੀ ਡਿਵੈਲਪਮੈਂਟ ਕਰਾਂਗਾ। ਜੀ ਬਿਲਕੁਲ। ਜੇ ਅਸੀਂ ਹੁਣ ਚੱਲਦੇ ਗੱਲ ਕਰੀਏ ਤਾਂ ਨੰਗਲ ਦੀ ਸਭ ਤੋਂ ਜ਼ਿਆਦਾ ਹੌਟ ਸੀਟ ਕਿਹੜੀ ਰਹਿਣ ਵਾਲੀ ਹੈ? ਨਹੀਂ, ਸਾਰੀਆਂ ਹੀ ਹੌਟ ਹੁੰਦੀਆਂ ਜੀ, ਕਿਸੇ ਦੇ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਕੋਈ ਗੱਲ ਨਹੀਂ ਕਰਨੀ, ਸਾਰੀਆਂ ਸੀਟਾਂ ਹੀ ਹੌਟ ਹੁੰਦੀਆਂ। ਹਰ ਬੰਦਾ ਕਹਿੰਦਾ ਕਿ ਮੈਂ ਅੱਗੇ ਵਧਾਂ, ਸਾਰੀਆਂ ਹੌਟ ਹੀ ਹੈ ਜੀ। ਜੀ ਬਿਲਕੁਲ। ਇਹ ਸੀਗਾ ਸਾਡੇ ਨਾਲ ਉਮਾਕਾਂਤ ਸ਼ਰਮਾ, ਮਹਾਸਚਿਵ ਕਾਂਗਰਸ ਤੇ ਜਿਵੇਂ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਦੇ ਕੀ ਵਿਚਾਰ ਨੇ ਮੀਡੀਆ ਦੇ ਪ੍ਰਤੀ ਜੋ ਐਂਟਰੀ ਹੈ ਉਸ ਦਾ ਕੀ ਹੈ, ਤੇ ਇੱਕ ਵਿਕਾਸ ਦੇ ਕੰਮਾਂ ਬਾਰੇ ਸਾਰੀ ਇਹਨਾਂ ਨਾਲ ਗੱਲ ਕੀਤੀ। ਇਸੇ ਤਰ੍ਹਾਂ ਲਗਾਤਾਰ ਸਾਡਾ ਪ੍ਰੋਗਰਾਮ ਚੱਲਦਾ ਰਹੇਗਾ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਨੂੰ ਦਿਓ ਇਜਾਜ਼ਤ।